ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਬੰਦੋਂ ਬਾਰ ਬਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਵਿਨਾਸਨ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਵਿਨਾਸਨ। ਦੋਹਰਾ ਚਲ ਤੁਮ ਜਾਹੋ ਮਹਿਮ ਕੋ ਲਿਆਵਹੋ, ਤਹ ਕੇ ਮਾਲਕ ਸਕਲ ਸੁਨਾਵਹੋ। ਪੰਚ ਸਿੰਘ ਗਮਨੇ ਤਿਸ ਕਾਲਾ, ਰਾਹਕ ਖਰੇ ਪਿਖੇ ਤਹ ਜਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਬਠਿੰਡੇ ਵਿੱਚ ਆਏ ਹਨ ਔਰ ਭਾਗੂ ਤੋਂ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਬਠਿੰਡੇ ਨਗਰ ਵਿੱਚ ਪਹੁੰਚੇ ਅਤੇ ਨਗਰ ਨਿਵਾਸੀਆਂ ਨੇ ਸਤਿਗੁਰਾਂ ਨੂੰ ਇਸ ਬਠਿੰਡੇ ਨਗਰ ਦੇ ਵਿੱਚ ਲਿਆਉਣਾ ਕੀਤਾ। ਆਪ ਜੀ ਜਾਣਦੇ ਹੋ ਕਿ ਆ ਕੇ ਸਤਿਗੁਰੂ ਪਾਤਸ਼ਾਹ ਹਾਜੀ ਰਤਨ ਰੁਕੇ ਔਰ ਉੱਥੇ ਹੀ ਤੰਬੂ ਲਾਏ ਗਏ। ਔਰ ਅੱਜ ਵੀ ਨਿਸ਼ਾਨੀ ਤੌਰ 'ਤੇ ਗੁਰਦੁਆਰਾ ਸਾਹਿਬ ਪਾਤਸ਼ਾਹ ਦਸਵੀਂ ਹਾਜੀ ਰਤਨ ਵਿਖੇ ਇੱਕ ਬਣ ਉਹਨਾਂ ਸਮਿਆਂ ਦਾ ਰੱਖਿਆ ਹੋਇਆ ਸੰਭਾਲ ਕੇ, ਜਿੱਥੇ ਪਾਤਸ਼ਾਹ ਜੀ ਨੇ ਸਿੰਘਾਂ ਨੇ ਉਤਾਰਾ ਕੀਤਾ ਸੀ। ਨਗਰ ਨਿਵਾਸੀਆਂ ਨੂੰ ਪਤਾ ਲੱਗਿਆ ਤਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਬਠਿੰਡੇ ਨਗਰ ਵਿੱਚ ਲੈ ਕੇ ਆਏ, ਜੋ ਕਿ ਕੇਵਲ ਇਸ ਕਿਲੇ ਦੇ ਆਸੇ ਪਾਸੇ ਵਸਦਾ ਸੀ। ਔਰ ਇੱਥੇ ਪਿਛਾਹਾਂ ਨੂੰ ਜਾਈਏ ਇੱਕ ਚੜ੍ਹਾਈ ਉਤਰ ਕੇ ਤਾਂ ਗੁਰੂ ਪਿਆਰਿਓ ਉੱਥੇ ਇੱਕ ਅਸਥਾਨ ਹੈ ਜਿੱਥੇ ਦੋ ਚੱਕੀਆਂ ਲੱਗੀਆਂ, ਉਸ ਨੂੰ ਹਾਜੀ ਰਤਨ ਗੇਟ ਕਹਿੰਦੇ ਆ। ਉਦੋਂ ਪਰੇ ਹਾਜੀ ਰਤਨ ਦਾ ਇਲਾਕਾ ਸੀ, ਇੱਧਰ ਇਹ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਦਾ ਇਲਾਕਾ ਸੀ। ਤਾਂ ਜਿਸ ਵੇਲੇ ਸਤਿਗੁਰੂ ਇੱਥੇ ਆਏ, ਇੱਥੇ ਵੀ ਆ ਕੇ ਫਿਰ ਉਤਾਰਾ ਕੀਤਾ, ਤੰਬੂ ਲਾਏ। ਕਹਿੰਦੇ ਰਾਤ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਜੰਗਲ ਦੀ ਧਰਤੀ ਨੇ ਇੱਕ ਇਸਤਰੀ ਦੇ ਰੂਪ ਦੇ ਵਿੱਚ ਜਾ ਕੇ ਦਰਸ਼ਨ ਦਿੱਤੇ। ਬੇਨਤੀ ਕੀਤੀ ਕਿ ਮਹਾਰਾਜ ਮੇਰਾ ਉਧਾਰ ਕਰੋ। ਇਸ ਜੰਗਲ ਦਾ ਇਲਾਕਾ ਤਾਂ ਬਹੁਤ ਵਧੀਆ, ਪਰ ਇੱਥੇ ਜਿਹੜਾ ਦਿਓ ਰਹਿੰਦਾ ਨਾ, ਇਹ ਨਾ ਕੋਈ ਫਸਲ ਹੋਣ ਦਿੰਦਾ, ਨਾ ਪਸ਼ੂਆਂ ਦੇ ਵਿੱਚ ਵਾਧਾ ਹੋਣ ਦਿੰਦਾ, ਪਸ਼ੂਆਂ ਨੂੰ ਮਾਰ ਦਿੰਦਾ, ਬੰਦਿਆਂ ਨੂੰ ਵੀ ਮਾਰ ਦਿੰਦਾ, ਫਸਲ ਵੀ ਉਜਾੜ ਦਿੰਦਾ। ਅਤੇ ਫਿਰ ਪਾਤਸ਼ਾਹ ਜੀ ਨੇ ਉਸ ਦਿਓ ਨੂੰ ਇੱਕ ਕਿਲੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ ਆ ਬਈ ਉਹ ਮਾਸ ਖਾਂਦਾ। ਇਸ ਕਰਕੇ ਆਓ ਪਹਿਲਾਂ ਉਹਦੇ ਵਾਸਤੇ ਮਾਸ ਦਾ ਇੰਤਜ਼ਾਮ ਕਰੀਏ, ਫਿਰ ਮਾਸ ਦੀ ਖੁਸ਼ਬੂ ਬਦਬੂ ਦੇ ਨਾਲ ਹੀ ਉਹ ਨੇੜੇ ਆਵੇਗਾ। ਝੋਟਾ ਮੰਗਾਉਣਾ ਕੀਤਾ। ਮਲਾਗਰ ਸਿੰਘ ਨੂੰ ਹੁਕਮ ਦਿੱਤਾ, ਜਾਓ ਪੰਜ ਸਿੰਘ, ਇਹ ਨੱਤ ਵਗੈਰਾ ਇੱਕ ਝੋਟਾ ਹੈ, ਬੜਾ ਮਾਰ ਖੁੰਡ ਹੈ,
ਔਰ ਉਹ ਵੀ ਸਤਿਗੁਰਾਂ ਦਾ ਕੋਈ ਵਿਛੜਿਆ ਪੁਰਾਣਾ ਸਿੱਖ ਹੀ ਹੋਣਾ ਹੈ। ਉਹ ਰੂਹ ਜਿਹੜੀ ਹੈ, ਜਿਵੇਂ ਇੱਕ ਰੂਹ ਸਤਿਗੁਰਾਂ ਨੇ ਗੁਰੂ ਪਿਆਰਿਓ ਮੂਲੇ ਖੱਤਰੀ ਦੀ ਖਰਗੋਸ਼ 'ਚੋਂ ਕੱਢੀ, ਔਰ ਜਿਸ ਤਰ੍ਹਾਂ ਸਤਿਗੁਰਾਂ ਨੇ ਗੁਰੂ ਪਿਆਰਿਓ ਬਾਜ ਅਤੇ ਤਿੱਤਰ ਦਾ ਨਿਆਂ ਕਰਾਇਆ, ਉਹ ਵੀ ਸਤਿਗੁਰਾਂ ਦੇ ਪੁਰਾਣੇ ਸਿੱਖ ਸਨ ਵਜੀਦਪੁਰ ਵਿਖੇ। ਔਰ ਇਸੇ ਤਰ੍ਹਾਂ ਹੀ ਇੱਕ ਰਿੱਛ ਦੇ ਵਿੱਚੋਂ ਸਤਿਗੁਰਾਂ ਨੇ ਇੱਕ ਸਿੱਖ ਨੂੰ ਕੱਢਿਆ। ਇਸੇ ਤਰ੍ਹਾਂ ਹੀ ਇਹ ਜਿਹੜਾ ਝੋਟਾ ਸੀ ਨਾ, ਇਹ ਵੀ ਸਤਿਗੁਰਾਂ ਦਾ ਕੋਈ ਪੁਰਾਣਾ ਸਿੱਖ ਸੀ ਵਿਛੜਿਆ ਹੋਇਆ। ਤੇ ਜਾਣੀ ਜਾਣ ਸਤਿਗੁਰ ਜਾਣਦੇ ਸੀ। ਸਿੱਖਾਂ ਨੂੰ ਕਹਿਣ ਲੱਗੇ ਤੁਸੀਂ ਜਾਓ ਨੱਤ ਬੰਗੇਰਾ, ਉੱਥੇ ਇੱਕ ਝੋਟਾ ਹੈ ਤੇ ਉਸ ਨੂੰ ਲੈ ਕੇ ਆਓ। ਤੇ ਐਦਾਂ ਉਸਨੇ ਆਉਣਾ ਨਹੀਂ, ਇੱਕ ਚਿੱਠੀ ਲਿਖ ਦਿੱਤੀ। ਕਹਿੰਦੇ ਉਹਦੀਆਂ ਅੱਖਾਂ ਦੇ ਸਾਹਮਣੇ ਚਿੱਠੀ ਕਰਕੇ ਕਹਿ ਦਿਓ ਮੈਂ ਖਾਂ ਸਿਆ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਬਠਿੰਡੇ ਬੁਲਾਇਆ, ਨਾਲ ਚੱਲ, ਤੇਰੀ ਬਲੀ ਦੇਣੀ ਆ, ਫਿਰ ਆਵੇਗਾ। ਜਿਸ ਵੇਲੇ ਮਲਾਗਰ ਸਿੰਘ ਦਾ ਜਥਾ 5 ਸਿੰਘਾਂ ਦਾ ਪਹੁੰਚਦਾ ਨੱਤ ਬੰਗੇਰਾ, ਅੱਗੇ ਪਿੰਡ ਦੇ ਵਿੱਚ ਇੱਕ ਸੱਥ ਆ ਗਈ। ਸੱਥ ਵਿੱਚ ਕਾਫੀ ਬੰਦੇ ਬੈਠੇ ਆ ਬਜ਼ੁਰਗ, ਤੇ ਉਹਨਾਂ ਨੂੰ ਪੁੱਛਦੇ ਆ ਇੱਥੇ ਕੋਈ ਝੋਟਾ ਹੈ। ਔਰ ਉਸ ਵੇਲੇ ਗੁਰੂ ਪਿਆਰਿਓ ਉਹਨਾਂ ਨੇ ਮਜ਼ਾਕ ਦੇ ਵਿੱਚ ਗੱਲ ਪਾ ਲਈ, ਕਿਉਂਕਿ ਝੋਟਾ ਬੜਾ ਮਾਰਖੁੰਡ ਸੀ, ਬੰਦਿਆਂ ਦੇ ਮਗਰ ਪਸ਼ੂਆਂ ਮਗਰ ਪੈਂਦਾ ਸੀ, ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਹੁਣ ਉਹ ਝੋਟਾ ਇੰਨਾ ਤਕੜਾ ਹੋ ਚੁੱਕਿਆ ਸੀ। ਉਹਨਾਂ ਨੇ ਮਜ਼ਾਕ ਜਿਹਾ ਕੀਤਾ ਵੀ ਹੁਣ ਸਿੱਖ ਜਾਣਗੇ ਝੋਟੇ ਕੋਲੇ, ਤੇ ਝੋਟਾ ਇਹਨਾਂ ਦੇ ਨੀਲੇ ਚੋਲੇ ਦੇਖ ਕੇ ਇਹਨਾਂ ਦੇ ਮਗਰ ਪਊਗਾ, ਫਿਰ ਇਹ ਭੱਜਣਗੇ, ਵੇਖਾਂਗੇ ਤਮਾਸ਼ਾ। ਆਪਸ ਵਿੱਚ ਮੁਸ਼ਕਰੀਆਂ ਹੱਸਦਿਆਂ ਹੋਇਆਂ ਇਹ ਕਹੀ ਲੈ ਜਾਓ ਉਹ ਖੜਾ ਬੇਰੀ ਦੇ ਕੋਲ। ਜਦ ਵੇਰ ਇਹ ਸਿੰਘ ਝੋਟੇ ਕੋਲੇ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਤੇ ਉਹ ਕਿਵੇਂ ਨਾਲ ਚੱਲ ਪੈਂਦਾ। ਇਹ ਆਓ ਆਪਾਂ ਵਿਚਾਰਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ। ਚੱਲ ਤੁਮ ਜਾਹੋ ਮਹਿਕ ਫੁਲ ਆਵਹੋ, ਤਹ ਕੇ ਮਾਲਕ ਸ਼ਕਲ ਸੁਨਾਵੋ। ਪਾਤਸ਼ਾਹ ਕਹਿੰਦੇ ਜਾਓ ਮਲਾਗਰ ਸਿੰਘ 5 ਸਿੰਘਾਂ ਦਾ ਜਥਾ ਲੈ ਕੇ ਜਾ, ਤੂੰ ਉੱਥੇ ਭਾਈ ਉਸ ਝੋਟੇ ਨੂੰ ਲੈ ਕੇ ਆ, ਪਿੰਡ ਵਾਲਿਆਂ ਨੂੰ ਦੱਸ ਕੇ। 5 ਸਿੰਘ ਗਮਨੇ ਤਿਸ ਕਾਲਾ, ਰਾਹਤ ਖਰੇ ਪਿਖੇ ਤਹ ਜਾਲਾ। ਕਿਉਂਕਿ ਇਹ ਝੋਟਾ ਕੋਈ ਆਮ ਝੋਟਾ ਵੀ ਨਹੀਂ ਸੀ। ਕਈ ਪਿੰਡਾਂ ਨੇ ਸਾਂਝਾ ਝੋਟਾ ਹੀ ਰੱਖਿਆ ਸੀਗਾ ਦੁੱਧ ਵਾਸਤੇ, ਮੱਝਾਂ ਵਾਸਤੇ ਗੁਰੂ ਪਿਆਰਿਓ। ਪਰ ਹੌਲੀ ਹੌਲੀ ਇੰਨਾ ਤਕੜਾ ਹੋ ਗਿਆ ਕਿ ਕਾਬੂ 'ਚੋਂ ਬਾਹਰ ਹੋ ਗਿਆ। ਹੁਣ ਤਾਂ ਉਹ ਛੱਪੜ ਦੇ ਵਿੱਚ ਕਿਸੇ ਪਸ਼ੂਆਂ ਨੂੰ ਵੀ ਨਹੀਂ ਸੀ ਬਹਿਣ ਦਿੰਦਾ। ਇਸ ਦਾ ਉਧਾਰ ਹੋਣਾ ਸੀ ਗੁਰੂ ਸਾਹਿਬ ਦੇ ਹੱਥੋਂ, ਫਿਰ ਕਿਸੇ ਦੇ ਕਾਬੂ ਆਉਂਦਾ ਵੀ ਕਿਵੇਂ ਇਹ? ਇਸ ਕਰਕੇ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਤੇ ਪਾਤਸ਼ਾਹ ਜੀ ਦਾ ਹੁਕਮ ਮੰਨ ਕਰਕੇ ਇਹ 5 ਸਿੰਘਾਂ ਨੂੰ ਲੈ ਕੇ ਜਦ ਨੱਤ ਬੰਗੇਰਾ ਪਹੁੰਚਦੇ ਆ ਮਲਾਗਰ ਸਿੰਘ ਹੋਰੀ, ਤੇ ਅੱਗੇ ਕੁਝ ਲੋਕ ਸੱਥ ਵਿੱਚ ਬੈਠੇ ਹਨ। ਸਭਨ ਸਿੰਘ ਤਹਿ ਨਿਕਟ ਆਲਾਇਓ, ਸ਼੍ਰੀ ਗੁਰੂ ਤੁਮ ਤੇ ਸੰਡਾ ਮੰਗਾਇਓ। ਔਰ ਉਹ ਸੱਥ ਵਿੱਚ ਬੈਠੇ ਲੋਕਾਂ ਨੂੰ ਭਾਈ ਸਾਹਿਬ ਜੀ ਕਹਿਣ ਲੱਗੇ ਨਗਰ ਨਿਵਾਸੀਓ ਬੇਨਤੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਬਠਿੰਡੇ, ਤੇ ਇੱਥੇ ਕੋਈ ਝੋਟਾ ਹੈ। ਸਤਿਗੁਰ ਨੇ ਦੱਸਿਆ ਬੜਾ ਮਾਰਖੁੰਡ ਹੈ, ਅਸੀਂ ਉਹ ਲੈਣ ਆਏ ਹਾਂ, ਸਾਨੂੰ ਦੇਣਾ ਕਰੋ ਜੀ। ਬਲ ਕੋ ਦੇਹ ਨਿਕਸਹਿ ਦਿਓ, ਸਭ ਕੋ ਭਲੇ ਹੋਏ ਲਖ ਭੇਓ। ਸਤਿਗੁਰੂ ਪਾਤਸ਼ਾਹ ਨੇ ਉਸ ਝੋਟੇ ਦੀ ਜਿਹੜਾ ਹੈ ਬਲੀ ਦੇਣੀ ਹੈ, ਔਰ ਬਲੀ ਦੇ ਕਰਕੇ ਬਠਿੰਡੇ ਇਲਾਕੇ ਦੇ ਵਿੱਚੋਂ ਇੱਕ ਦਿਓ ਹੈ, ਉਹਨੂੰ ਕੱਢਣਾ ਹੈ, ਜਿਸ ਦੇ ਨਾਲ ਸਾਰੇ ਇਲਾਕੇ ਦਾ ਭਲਾ ਹੋਵੇਗਾ। ਮਹਾਬਲੀ ਹਰ ਮਾਰ ਨਹਾਰਾ, ਜਾਟਨ ਕੇ ਦੁਖ ਦਾਨ ਉਦਾਰਾ। ਇੱਧਰ ਇਹ ਜਿਹੜਾ ਝੋਟਾ ਸੀ ਸੰਡਾ ਸੀ, ਇਹ ਵੀ ਬੜਾ ਤਕੜਾ ਸੀ। ਮਹਾਬਲੀ ਬੜੀ ਤਾਕਤ ਵਾਲਾ ਸੀਗਾ। ਇਹ ਵੀ ਮਨੁੱਖਾਂ ਦੇ ਪਸ਼ੂਆਂ ਦੇ ਮਗਰ ਪੈਂਦਾ ਸੀਗਾ, ਨਗਰ ਨਿਵਾਸੀਆਂ ਨੂੰ ਵੀ ਮਾਰਦਾ ਸੀ। ਬਦਰੀ ਤਰੋਂ ਸੋ ਖਰੋਂ ਖਸੰਤਾ, ਜਿਸ ਦੇਖੇ ਤੇ ਭੈ ਉਪਜੰਤਾ। ਫੁਕਾਰੇ ਮਾਰਦਾ ਨਾਸਾਂ ਦੇ ਨਾਲ। ਔਰ ਢਾਬ ਦੇ ਕਿਨਾਰੇ ਤੇ ਇੱਕ ਬੇਰੀ ਹੈ, ਬੇਰੀ ਦੇ ਨਾਲ ਹੀ ਆਪਣੀ ਢੂਈ ਨੂੰ ਖੁਰਕ ਰਿਹਾ ਸੀ। ਮਤੋ ਮਤਾਏ ਸਭਨ ਮਨ ਜਾਨਾ, ਸਿੰਘਨ ਸੰਗ ਹਾਸ ਕੋ ਠਾਨਾ। ਉਹ ਜਿਹੜੇ ਸੱਥ ਵਿੱਚ ਬੈਠੇ ਲੋਕ ਸੀ, ਉਹਨਾਂ ਨੇ ਆਪਸ ਵਿੱਚ ਅੱਖ ਮਿਲਾਈ ਆ। ਮਤਾ ਮਕਾਉਣਾ ਭਾਵ ਅੱਖ ਮਿਲਾ ਕੇ ਇਸ਼ਾਰਿਆਂ ਦੇ ਨਾਲ ਹੀ ਗੱਲ ਕੀਤੀ ਆ। ਕਹਿੰਦੇ ਅੱਜ ਤਮਾਸ਼ਾ ਦੇਖਾਂਗੇ, ਸਿੱਖਾਂ ਨਾਲ ਮਜ਼ਾਕ ਕੀਤਾ ਹੈ। ਜਬ ਛੇਰੇਂਗੇ ਬਲ ਤੇ ਮਾਰੇ, ਇਤ ਉਤ ਪਹਾਜੇ ਸਕਲ ਪਧਾਰੇ।
ਔਰ ਜਦੋਂ ਇਹ ਝੋਟੇ ਨੂੰ ਲੈ ਕੇ ਜਾਣਗੇ ਨਾ, ਝੋਟਾ ਇਹਨਾਂ ਦੇ ਮਗਰ ਪਊਗਾ, ਫਿਰ ਦੇਖੀ ਕਿਵੇਂ ਭੱਜਦੇ ਆ ਇਹ। ਹਰੇ ਤਮਾਸ਼ਾ ਦੇਖੇ ਇਹਾਂ ਸਿੰਘਨ ਸੰਗ ਊਚ ਤਬ ਕਹਾਂ। ਫਿਰ ਦੇਖਿਓ ਤਮਾਸ਼ਾ ਇਹਨਾਂ ਦਾ, ਵੱਡੇ ਝੋਟਾ ਲੈਣ ਆਏ ਨੇ। ਕਹੋ ਸਤਨਾਮ। ਇਹਨਾਂ ਨੂੰ ਇਹ ਨਹੀਂ ਪਤਾ ਝੋਟਾ ਭੈੜਾ ਕਿੰਨਾ ਹੈ, ਤੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਪਿੰਡ ਵਾਲਿਆਂ ਨੂੰ ਵੀ ਜਿਹਨੇ ਲੈਣ ਭੇਜਿਆ ਉਹ ਝੋਟਿਆਂ ਦਾ ਵੀ ਮਾਲਕ ਹੈ, ਉਸ ਤੋਂ ਵੀ ਤਕੜਾ ਹੈ। ਖੈਰ ਹੈਰਾਨ ਹੋਏ ਹਨ ਉਸ ਵੇਲੇ ਜਦੋਂ ਤੇਰੋਂ ਬਦਰੀ ਤਰ ਤਰੇ ਖਰੋਂ ਮਹਿਕ ਲਿਹੁ ਆਗੇ ਕਰੇ। ਔਰ ਕਹਿੰਦੇ ਲੈ ਜਾਓ ਲੈ ਜਾਓ, ਉਹ ਖੜਾ ਬੇਰੀ ਥੱਲੇ ਖੁਰਕੀ ਜਾਂਦਾ। ਸ੍ਰੀ ਗੁਰੂ ਗੁਰ ਤੇ ਹਮ ਨਾਹਨ ਰਾਖੈ ਕਹਿ ਇਮਹਾਸ ਕਰਨ ਅਬ ਲਾਖੈ। ਨਾਲੇ ਹੱਸਦੇ ਮੁਸਕਰਾਉਂਦੇ ਕਹਿੰਦੇ ਅਸੀਂ ਗੁਰੂ ਸਾਹਿਬ ਨੂੰ ਜਵਾਬ ਥੋੜਾ ਹੀ ਦੇਣਾ, ਲੈ ਜਾਓ ਉਹ ਖੜਾ। ਸੁਨ ਕਰ ਪੰਚ ਹੋ ਸਿੰਘ ਸਿਧਾਰੇ ਬਲੀ ਮਹਿਕ ਜਹ ਖਰੋ ਅਗਾਰੇ। ਉਹ ਜਿਹੜਾ ਬਲੀ ਬੜਾ ਹੀ ਤਕੜਾ ਝੋਟਾ, ਭਿਆਨਕ ਝੋਟਾ ਜਿਹੜਾ ਸੀਗਾ, ਵੇਖਿਆ ਇਹਨਾਂ ਨੇ ਖੜਾ ਬੇਰੀ ਦੇ ਹੇਠਾਂ, ਤੇ ਉਹਦੇ ਵੱਲ ਗਏ ਹਨ। ਕਹਿਓ ਜਾਏ ਗੁਰ ਤੋਹੇ ਬੁਲਾਇਓ ਚੱਲ ਆਗੇ ਬਲ ਤੇ ਮਨ ਭਾਇਓ। ਔਰ ਭਾਈ ਮਲਾਗਰ ਸਿੰਘ ਨੇ ਇੱਥੇ ਚਿੱਠੀ ਭਾਵੇਂ ਨਹੀਂ ਲਿਖੀ, ਪਰ ਅੱਗੇ ਤੋਂ ਅੱਗੇ ਗੱਲਾਂ ਸੁਣਦੇ ਆ ਰਹੇ ਆ। ਕਹਿੰਦੇ ਉਹ ਕਾਗਜ਼ ਪਾਤਸ਼ਾਹ ਜੀ ਦਾ ਇਹਦੇ ਸਾਹਮਣੇ ਕੀਤਾ, ਔਰ ਕਿਹਾ ਚੱਲ ਵੀ ਮਿੱਤਰਾ, ਮੈਂ ਕਿਹਾ ਸਿਆ ਤੈਨੂੰ ਗੁਰੂ ਸਾਹਿਬ ਨੇ ਬਠਿੰਡੇ ਸੱਦਿਆ। ਸੁਨ ਗੁਰ ਨਾਮ ਮਹਿਕ ਚੱਲ ਪਰਿਓ ਬਲੀ ਨਿਬਲ ਸੰਪਗ ਮਗ ਧਰਿਓ। ਔਰ ਉਹ ਝੋਟਾ ਐਂ ਤੁਰ ਪਿਆ ਸੀਲ ਗਊ ਵਾਂਗੂ, ਜਿਵੇਂ ਕੋਈ ਤਾਕਤ ਹੀ ਨਹੀਂ ਹੁੰਦੀ, ਮੂਹਰੇ ਆਪ ਹੀ ਲੱਗ ਲਿਆ ਸਿੰਘਾਂ ਦੇ। ਔਰ ਗੁਰੂ ਦਾ ਨਾਮ ਸੁਣ ਕਰਕੇ, ਕਿਉਂਕਿ ਅੰਦਰਲੀਆਂ ਰੂਹਾਂ ਤਾਂ ਜਾਣਦੀਆਂ ਹੁੰਦੀਆਂ, ਭਾਵੇਂ ਪਸ਼ੂਆਂ ਤੋਂ ਬੋਲਿਆ ਨਹੀਂ ਜਾਂਦਾ। ਕੋਈ ਸਤਨਾਮ, ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਮਨੁੱਖਾਂ ਵਰਗੀ, ਪਰ ਅੰਦਰਲੀਆਂ ਰੂਹਾਂ ਸਮਝਦੀਆਂ। ਤੁਸੀਂ ਘਰ ਵਿੱਚ ਕੋਈ ਪਾਲਤੂ ਜਾਨਵਰ ਰੱਖਿਆ, ਕੋਈ ਕੁੱਤਾ ਕੋਈ ਹੋਰ, ਉਹ ਤੁਹਾਡੀਆਂ ਅੱਖਾਂ ਨੂੰ ਦੇਖ ਕੇ ਤੁਹਾਡੇ ਗੁੱਸੇ ਨੂੰ ਜਾਂ ਪ੍ਰੇਮ ਨੂੰ ਸਮਝ ਜਾਂਦੇ ਆ। ਕੋ ਸਤ ਸਿਵਾਏ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਇਹ ਝੋਟੇ ਨੇ ਕਹਿੰਦੇ ਜਦ ਭਾਈ ਮਲਾਗਰ ਸਿੰਘ ਦੇ ਮੁਖੋਂ ਪਾਤਸ਼ਾਹ ਦਾ ਨਾਮ ਸੁਣਿਆ, ਉਹਨਾਂ ਦੇ ਅੱਗੇ ਲੱਗ ਪਿਆ ਹੈ ਜੀ। ਸਨੇ ਸਨੇ ਚਲ ਜਾਤ ਅਗਾਰੀ ਤਿਮ ਪੰਚੋ ਸਿੰਘ ਬਲੇ ਪਿਛਾਰੀ। ਔਰ ਇਹ ਝੋਟਾ ਮੂਹਰੇ ਤੁਰ ਪਿਆ ਤੇ ਪੰਜੇ ਸਿੰਘ ਉਹਦੇ ਮਗਰ ਮਗਰ ਚੱਲ ਪਏ ਜੀ। ਰਾਹਕ ਹੇਰਤ ਹੋਏ ਹੈਰਾਨੇ ਕਲਾਵਾਨ ਸਤਿਗੁਰੂ ਪਛਾਨੇ। ਹੁਣ ਨੱਤ ਵਗੈਰਾ ਵਾਲੇ ਲੋਕ ਹੈਰਾਨ ਹੋਏ ਵੀ ਯਾਰ ਗੁਰੂ 'ਚ ਕਿੰਨੀ ਤਾਕਤ ਹੈ, ਗੁਰੂ ਕਿਤੇ ਬੈਠਾ ਹੈ ਤੇ ਝੋਟਾ ਕਿਤੇ ਫਿਰਦਾ ਹੈ, ਤੇ ਦੇਖੋ ਆਪਣੀ ਪਾਵਰ ਸ਼ਕਤੀ ਦੇ ਨਾਲ ਇਸ ਨੂੰ ਨਿਵਲ ਕਰ ਦਿੱਤਾ, ਇਹਦੀ ਤਾਕਤ ਕਾਬੂ ਕਰ ਲਈ ਹੈ। ਹੈਰਾਨ ਵੀ ਹੋਏ ਤੇ ਪਛਤਾਤਾਪ ਕਰਤ ਹੀ ਰਹੇ ਹਸਬੇ ਤਹਮ ਹੋ ਕਯੋ ਕਹੇ। ਫਿਰ ਪਛਤਾਉਣ ਲੱਗੇ ਵੀ ਯਾਰ ਗੁਰੂ ਸਾਹਿਬ ਨੂੰ ਇਹ ਵੀ ਪਤਾ ਲੱਗ ਗਿਆ ਹੋ ਕਿ ਪਿੰਡ ਵਾਲਿਆਂ ਨੇ ਮਜ਼ਾਕ ਕੀਤਾ ਮੇਰੇ ਸਿੱਖਾਂ ਦੇ ਨਾਲ। ਔਰ ਫਿਰ ਪਛਤਾਉਣ ਲੱਗੇ ਆਪਾਂ ਮਜ਼ਾਕ ਨਹੀਂ ਸੀ ਕਰਨਾ, ਆਪਾਂ ਗੁਰੂ ਦੀ ਸ਼ਕਤੀ ਤੇ ਸ਼ੰਕਾ ਕੀਤਾ ਸੀ। ਊਚ ਉਠਾਵਤ ਮੁਖ ਕੋ ਗਇਓ ਮਹਿਕ ਗੁਰੂ ਕੇ ਸਨਮੁਖ ਭਇਓ। ਔਰ ਝੋਟਾ ਮੂੰਹ ਉੱਚਾ ਚੁੱਕ ਕੇ ਪਸ਼ੂ ਕਦੋਂ ਚੱਲਦਾ ਹੈ? ਜਦੋਂ ਆਪਣੇ ਮਾਲਕ ਦੇ ਨਾਲ ਪਿਆਰ ਹੋਵੇ। ਕੋਈ ਸਤਨਾਮ ਸੀ। ਇਹ ਪਸ਼ੂਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਚੱਲਣ ਦੀਆਂ। ਤਾਂ ਕਹਿਣ ਲੱਗੇ ਬੂਥ ਉੱਚੀ ਚੱਕ ਕੇ ਮੂੰਹ ਉੱਚਾ ਚੁੱਕ ਕੇ ਝੋਟਾ ਫਟਾਫਟ ਵਗਿਆ ਆ ਰਿਹਾ ਹੈ, ਤੇ ਮਗਰੇ ਮਗਰ ਸਿੰਘ ਮੇਰੇ ਪ੍ਰੀਤਮ ਦੇ ਸਾਹਮਣੇ ਆਇਆ ਹੈ। ਉਠ ਸ਼੍ਰੀ ਪ੍ਰਭ ਵਿੱਚ ਦੁਰਗ ਬਧਾਰੇ ਅਦਕ ਉਤੰਗ ਖਰੋ ਤ੍ਰਿਡ ਭਾਰੇ। ਔਰ ਸਤਿਗੁਰੂ ਪਾਤਸ਼ਾਹ ਜੀ ਇਸ ਝੋਟੇ ਨੂੰ ਲੈ ਕੇ ਪਹਿਲਾਂ ਮੂਹਰੇ ਝੋਟਾ ਲਾਇਆ ਤੇ ਆਪ ਕਿਲੇ ਵਿੱਚ ਵੜਦੇ ਹਨ। ਸਨੇ ਸਨੇ ਝੜ ਸਿਖਰ ਸਿਧਾਰੇ ਪੀਛੇ ਗਮਨੇ ਸੰਗ ਜੇ ਸਾਰੇ। ਤੋ ਇਹੀ ਰਸਤਾ ਜਿਹੜਾ ਉੱਪਰਲੇ ਦਰਬਾਰ ਸਾਹਿਬ ਨੂੰ ਜਾਂਦਾ, ਜਿੱਥੇ ਸ਼ਸਤਰ ਵਿਰਾਜਮਾਨ ਹੈ, ਜਿੱਥੇ ਅੱਜ ਭਜਨ ਬੰਦਗੀ ਸਿਮਰਨ ਕਰਦੇ ਹਾਂ ਬੈਠ ਕੇ ਆਪਾਂ। ਸਤਿਗੁਰੂ ਪਾਤਸ਼ਾਹ ਉਸ ਸਥਾਨ 'ਤੇ ਆ ਕੇ ਬਿਰਾਜੇ ਸਨ ਪਹਿਲਾਂ। ਤਾਂ ਗੁਰੂ ਪਿਆਰਿਓ, ਉਹ ਜਿਹੜੀ ਜਗ੍ਹਾ ਹੈ ਉੱਥੇ ਰਾਜੇ ਆਪਣੀ ਖਾਸ ਸਭਾ ਲਾਇਆ ਕਰਦੇ ਸਨ ਵਜ਼ੀਰਾਂ ਮੰਤਰੀਆਂ ਦੇ ਨਾਲ। ਤੇ ਆਹ ਜਿਹੜਾ ਖੁੱਲ੍ਹਾ ਜਗ੍ਹਾ ਹੈ, ਇੱਥੇ ਜਨਤਾ ਦੇ ਨਾਲ ਸਭਾ ਲੱਗਿਆ ਕਰਦੀ ਸੀ ਖੁੱਲ੍ਹੀ। ਇੱਥੇ ਆਮ ਸਭਾ ਤੇ ਉੱਥੇ ਖਾਸ ਸਭਾ। ਤੇ ਸਤਿਗੁਰੂ ਪਾਤਸ਼ਾਹ ਜੀ ਵੀ ਉੱਪਰ ਲੈ ਗਏ ਹਨ ਇਸ ਝੋਟੇ ਨੂੰ, ਤੇ ਮਗਰੇ ਹੀ ਜਥਾ ਚੱਲ ਪਿਆ ਹੈ ਜੀ। ਉੱਪਰ ਸੰਗ ਮਹਿਕ ਪੀ ਗਇਓ ਸਭ ਮਹਿ ਧੀਰਜ ਧਰ ਫਿਰ ਭਇਓ। ਔਰ ਗੁਰੂ ਪਿਆਰਿਓ, ਝੋਟਾ ਵੀ ਮੂਹਰੇ ਲਾ ਕੇ ਉੱਪਰ ਚੜ ਗਿਆ ਹੈ।
और जब पातशाह जी भी मगर चले गए, झोटा कोई डरदा नहीं, कोई भजदा नहीं, बड़े धीरज नाल खड़ा, जिवें उन्होंने पता होवे कि मेरा मुक्ति का समा आ गया है। मैं लागर सिंह की दिश हेरा, श्री प्रभु हुक्म करियो तिस बेरा। ते जिस वेले सारा जथा ऊपर पहुंच गया है, नगर निवासी भी ऊपर पहुंच गए, गुरु साहब भी पहुंच गए, झोटा भी ऊपर खड़ा है, ते पातशाह जी जथेदार मैलागर सिंह नूं कहंदे है, मैलागर सिंह कर झटका बल देहो इस ताई, बहुर निकासे देव इथाई। लै भी मैलागर सिंह इहनूं झटका कर, झटके दा मतलब इक्को वारी मारना, तलवार मार ते झटका दे इस झोटे नूं, फिर कहंदे ओ जिहड़ा दिओ है बाहर आवेगा। मैलागर सिंह सुन तत्काला, खैंच निकारियो खड़ग कराला। और भाई मैलागर सिंह ने अपने म्यान दे विचों भयानक तलवार कढ़ी है। बलते इस प्रकार को बाहियो, शीस अजात महम को लाहियो। और इस तरह भाई मैलागर सिंह ने बड़े जोर दे नाल वो तलवार चलाई है झोटे दी धौन दे उपर। परियो मुनेरन ऊपर पहाड़ी, दिए प्राण सतगुरु अगारी। मुनेरा भाव उच्चा था, उन्होंने मुनेरा कहने, आपां बब्बे नाल बनेरा भी कह दिन्ने आ, भाई साहब ने मुनेरा लिखिया, भाव उपरले बनेरे ते उच्चे जमा उपर जा करके उत्थे कहंदे झोटे ने सतगुरां दे चरनां विच प्राण त्याग दिते जी। मरण सुधारियो अपन भलेरे, सब हिन महे प्रभ कहियो उचेरे। धन गुरु गोबिंद सिंह जी कहने सिखो, ये भी साडा कोई पुराना सिख सीगा जिसने अपनी अज मरण वेले मुक्ति प्राप्त की है। महक मरे को तरे गिरावे, बलि एक दुत्ते कर लावे। तो हुण गुरु प्यारिओ दूसरी बात सतगुरु पातशाह जी कहंदे हुण इदां करो बई इस झोटे नूं थल्ले सिटना एक बंदे ने। हुण झोटे दा वजन किन्ना होऊगा जिहड़ा इन्ना तकड़ा है, क्वांटलां विच ही होवेगा ना। कहंदे एक जना इस झोटे नूं चक के हत्थ नाल, जिवें भीम ने पांडवां दे भीम ने कहंदे हाथी ताहां सिੱਟੇ ना, कहंदे कोई है सिख एक जना इस झोटे नूं चक के थल्ले सिੱਟੇगा। सुन तूषण होए सब कोई, साध गुदड़िया बोले सोई। इत्थे ये भी ख्याल करते हैं कवि जन भी भाई मैलागर सिंह नूं मान हो गया भी मैं एक तलवार नाल ही झोटा वड़ दिता। कोई सतनाम क्यों, धौन बड़ी तकड़ी सी उसदी, ताकत पिछे मेरे प्रीतम दी लगदी आ हर थां ते। चाहे बचित्र सिंह ने नागनी मारी है, चाहे मैलागर सिंह ने इत्थे झोटे नूं झटकाया है, पर थोड़ा मान हो जाता कई बारी। ये मान हो गया सी, हुण ओह मान दूर करन वास्ते भाई साहब जी दा कहंदे एक सिख इस झोटे नूं चक के थल्ले सिੱਟੇ। सारे चुप कर गए भी एडा वड्डा झोटा कौन चक्कूगा बई। तां ओहदा जो नाल आ रहा पिछों भाई गोदड़िया, जिस दियां पिछे कई कहानियां आपां सरवण कीतियां जीवन दियां, ਉਹ ਭਾਈ ਗੋਦੜੀਆ ਵੀ ਜਿਹਦਾ ਨਾਲ ਸੀ ਵਹੀਰ ਦੇ। ਹੁਕਮ ਹੋਏ ਤਰ ਇਸੇ ਗਿਰਾਵੋ, ਮੈਂ ਏਕਾਰੀ ਬਲ ਦਿਖਰਾਵੋ। ਮਹਾਰਾਜ ਜੀ ਹੁਕਮ ਕਰੋ ਤਾਂ ਮੈਂ ਸਿੱਟ ਦੇਵਾਂ ਇਸ ਨੂੰ। ਸ਼ਾਰਤ ਸਮਝਿਓ ਲਿਓ ਉਠਾਏ, ਊਚ ਮਨੇਰੇ ਤੇ ਕੁਛੂ ਲਿਆਏ। ਔਰ ਸਤਿਗੁਰ ਕਹਿੰਦੇ ਠੀਕ ਹੈ ਗੋਦੜੀਆ, ਹੁਣ ਗੋਦੜੀਆ ਪਤਲੇ ਜੇ ਸਰੀਰ ਦਾ ਫਕੀਰ ਬੰਦਾ, ਬਹੁਤ ਘੱਟ ਭੋਜਨ ਛਕਣ ਵਾਲਾ, ਔਰ ਭਜਨ ਬੰਦਗੀ ਇਹਦੀ ਬਹੁਤ ਜ਼ਿਆਦਾ ਸੀ। ਪਿੱਛੇ ਆਪਾਂ ਸੁਣਿਆ ਗੌਰੇ ਦੇ ਕੋਲੇ ਸੇਵਾ ਕਰਦਾ ਰਿਹਾ, ਤੇ ਪਿੱਛੇ ਕਈ ਕਹਾਣੀਆਂ ਆਪਾਂ ਭਾਈ ਸਾਹਿਬ ਜੀ ਦੀਆਂ ਪੜ੍ਹੀਆਂ ਹਨ ਇਸ ਫਕੀਰ ਦੀਆਂ। ਸਤਿਗੁਰਾਂ ਦੇ ਕੋਲ ਫਿਰ ਆ ਗਿਆ ਸੀ ਇਹ ਤਲਵੰਡੀ, ਫਿਰ ਸਤਿਗੁਰਾਂ ਦੇ ਦਲ ਵਿੱਚ ਹੀ ਰਹਿਣ ਲੱਗ ਪਿਆ ਸੀ। ਤਾਂ ਗੋਦੜੀਏ ਨੂੰ ਇਸ਼ਾਰਾ ਕਰਤਾ, ਕਹਿੰਦੇ ਤੂੰ ਸਿੱਟ ਦੇ। ਤਰੇ ਬਗਾਏ ਦੂਰ ਕੋ ਗੇਰਾ, ਵਿਸਮਾਨੇ ਜਬ ਸਭ ਨੇ ਹੀਰਾ। ਤੇ ਕਹਿੰਦੇ ਇਸ ਗੋਦੜੀਏ ਨੂੰ ਪੂਛ ਤੋਂ ਫੜ ਕੇ ਘੁਮਾ ਕੇ ਤੇ ਉੱਪਰੋਂ ਥੱਲੇ ਸਿੱਟ ਦਿੱਤਾ, ਤੇ ਸਾਰੇ ਹੈਰਾਨ ਹੋ ਗਏ ਬਈ ਆ ਪਤਲਾ ਜਿਹਾ ਫਕੀਰ ਜਿਹੜਾ ਹੈ ਇਹਦੇ 'ਚ ਕਿੰਨੀ ਕੁ ਤਾਕਤ ਹੈ ਜਿਹਨੇ ਚੱਕ ਕੇ ਐਂ ਝੋਟਾ ਥੱਲੇ ਸਿੱਟ ਦਿੱਤਾ ਹੈ। ਇਤਨੇ ਵਿਖੇ ਦੇਵ ਚਲ ਆਇਓ, ਸ਼੍ਰੀ ਪ੍ਰਭ ਕੋ ਨਿਜ ਦਰਸ ਦਿਖਾਇਓ। ਤੇ ਇਤਨੇ ਜਦੋਂ ਝੋਟਾ ਕੱਟਿਆ ਗਿਆ ਤੇ ਉਹਦੀ ਬਦਬੂ ਫੈਲੀ ਮਾਸ ਦੀ, ਤੇ ਉਸ ਬਦਬੂ ਨੂੰ ਸੁੰਘਦਾ ਹੋਇਆ ਦੈਂਤ ਜਿਹੜਾ ਕਿਲੇ 'ਚ ਕਿਤੇ ਲੁਕਿਆ ਹੋਇਆ ਸੀ, ਕਿਲਾ ਕਾਫੀ ਵੱਡਾ ਹੈ,
गुरु प्यारिओ परले पासे खूह है, खूह के कोल एक सरंग है, पता नहीं किहड़े खूंजे विच लुकिया होवेगा, कहंदे ओह निकल आया। ते जिस वेले ओह सूंघदा सूंघदा उपर पहुंचदा है, हाथ जोड़ कर अर्ज गुजारी, बासा गोविंदवाल अगारी। और धन गुरु गोबिंद सिंह जी महाराज कहंदे ओए तू इत्थे किवें रहना? कहना जी इत्थे तां असीं बहुत समय तो रह रहे हैं। पातशाह कहने फिर हुण तू इत्थों चले आ जा। महाराज वसियन नूं पहला सानू गोइंदवाल चों कढ दिता, पहला साडा गोइंदवाल विच वासा से। हमारी जात हजारों थिरे, महा उजार नर नहीं करे। और ये कला दिओ ही नहीं, ये तो एक काना दिओ मशहूर हो गया। कहना साडे जात भाई बहुत न। ये गोइंदवाल चों कदों कढे सीगे? जदों गोंदा नाम का एक सेठ दूजे पातशाह कोले खडूर साहब आया। वो कहता जी मेरी जमीन बहुत पई आ, धरती बहुत पई आ, मैं चाहुंदा कि एक नगर वस जावे। पर जदों उत्थे नगर वसाउण की कोशिश करते हैं, घर पाउणे आ, तो वह घर ढह जाते हैं, पता नहीं उत्थे की रहिंदा। सतगुरु अंगद देव महाराज जी अपने पुत्रां नूं पहला कहंदे आ, पुत्र तू ऐ कर नाल जा गोंदे सेठ दे, उत्थे ना भूत प्रेत वसदे आ, जा उन्हां नूं कढ के आ। वो कहते आपां बापू जी इत्थे वधिया वसदे, आपां भूतां तो की लैणा, कोई सतनाम सी। फिर दूजे पुत्र नूं कहा, उहने भी बहाना जा मारता। फिर उन्होंने गुरु अमर कहा जा बई पुरखा तू जा। सत बचन जी की हुक्म है? आ साडी सोटी ले जा। ते उत्थे जिथे आ घर नगर वसाउणा ना, जमीन विच आए मूहरे मूहरे सोटी फेरदा जाई, ते वो सारियां उत्थों भज जाणगियां जिहड़ियां बदरूहां उत्थे रहिंदियां भूत प्रेत। ते गुरु अमरदास जी नूं सोटी दे दित्ती, ते गोंदे दे नाल उत्थे गए। ते जिन्ना उहदा इलाका सी खेतां विच जदों आए सोटी करदे आ, ते कहंदे उस वेले इन्हां गुप्त रूहां नूं पीड़ हुंदी है, ते इह भजदे आ। और उत्थों भजे होए कहंदे फिर इधर आए। आप दसदा काना दिओ आपदी पिछली जीवनी। कहंदा साडे नाल दे मेरे जात भाई हजारां ही हन। श्री अंगद कर हुक्म पठाए, श्री गुरु अमर हम हो पर आए। जदों गुरु अंगद देव जी ने हुक्म दे के अमरदास गुरु नूं साडे ते चढ़ा के भेजिया। संग छरी के जारत हमें, भाजे प्रेत सर्ब ते समय। और उन्हां दे कोल छड़ी सी एक, असल दे विच तां नाम दी ताकत है, छड़ी तां एक बहाना है, कोई सतनाम सी। ये नाम दी पावर जो गुरु अंगद देव जी ने दे के भेजी आ। कहन लगे ओ छड़ी दे नाल जदों साडे कन्नी उन्हां ने छड़ी कीती ते सानू ओह नगर छड्ड के भजना पिया जी। गर्भवती तब मात हमारी, भाज प्रसूति खेत मझारी। ते मैं कहना मां दे पेट विच सीगा, ते मां ने कहने मैनू हले जन्म देना सीगा, जदों ओ भी भजी। लग जुआर को मेरे, फूटियो नैन एक तिस बेरे। और कहना मैं डिग पिया, ते मेरे अख दे विच कहने थल्लियों कोई डक्का वजिया, ते मैं काना हो गया। द्वितीय भ्रांत जन्म्यो तब और, टूंडा टूटियो कर तिस ठौर। और दूसरा मेरा भरा एक होर है, वो टुंडा दिओ है, मैं काना दिओ बजदा, वो टुंडा दिओ बजदा है। ओदी बांह टुट गई सी। कहंदा तब ते हम बासे इस थाए, संबत सोते अदक बिताए। और ओलों दे भज गए सी गोइंदवाल चो, एक बरान पिया सी किला, इच कोई वसदा नहीं सीगा। ते इस करके उदन दे असी इत्थे वस रहे हैं। कोई 100 साल हो गया सानू इत्थे रहिंदियां नूं। जंगल दा इलाका सीगा, बसों इत्थे है नहीं सी। इस किले दे विच सानू 100 साल हो गए आ रहिंदियां नूं। इत पी बसन देत कयो नाही, कौन देश में हम चल जाही। ते कहंदा हुण असीं किधर जाइए महाराज, तुसीं सानू आके हुक्म लाता भी चले जाओ इत्थों, हुण असीं किधर जाइए, सानू इत्थे भी नहीं रहन दिंदे जंगल विच। श्री प्रभु हुक्म कीन तिस ताई, अब है कदीमी बसों उठाई। कहन लगे तैनू उत्थों नहीं कढ़दे, उत्थे भावें सदा ही वसी तू, जिथे असीं तैनू हुण भेजदे आ। खिटकी पुरी सरंद उजारो, जड़ा उखाड़ तद्रव डार हो। फिटकी भाव फिटकारी होई, गुरु दी फिटकारी होई।
ਸਰਹੰਦ ਹੈ ਨਾ ਜਿਹੜੀ, ਉਸ ਨੂੰ ਉਜਾੜਨਾ, ਉਹਦੀਆਂ ਜੜ੍ਹਾਂ ਪੱਟਣੀਆਂ, ਉਹਦੀ ਇੱਟ ਇੱਟ ਪੱਟ ਕੇ ਦਰਿਆ ਵਿੱਚ ਸਿੱਟ ਦੇਣੀ ਹੈ। ਜਾਓ ਉੱਥੇ ਵਸੋ ਤੇ ਉਸ ਸਰਹੰਦ ਨੂੰ ਉਜਾੜ ਦਿਓ। ਉਹ ਗੁਰੂ ਦੀ ਮਾਰੀ ਸਰਹੰਦ ਹੈ, ਜਿੱਥੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਦਾ ਚਲਾਣਾ ਹੋਇਆ। ਨਹਿ ਤੇ ਕੋ ਬਸਤ ਹਟਾਵੇ, ਸਦਾ ਬਾਸ ਤੁਮਰੋ ਬਿਨ ਆਵੇ। ਔਰ ਪਾਤਸ਼ਾਹ ਕਹਿੰਦੇ ਤੁਹਾਨੂੰ ਉੱਥੋਂ ਕੋਈ ਨਹੀਂ ਕੱਢੂਗਾ, ਉੱਥੇ ਸਦਾ ਹੀ ਵਸਿਓ ਭਾਵੇਂ। ਨਿਕਸੋ ਅਬ ਬਿਲੰਬ ਨਹਿ ਕੀਜੈ, ਇਹ ਸਭ ਹਮਰੋ ਦੇਸ਼ ਲਖੀਜੈ। ਇਹ ਸਾਡਾ ਦੇਸ਼ ਹੈ, ਹੁਣ ਤੁਸੀਂ ਇੱਥੇ ਟਾਈਮ ਨਾ ਲਾਓ, ਚਲੇ ਜਾਓ। ਤੇ ਕਹਿੰਦੇ ਕਾਣਾ ਦਿਓ ਤਾਂ ਚਲੋ, ਜਿਵੇਂ ਜਥੇਦਾਰ ਮਸ਼ਹੂਰ ਹੁੰਦਾ, ਮਲਾਗਰ ਸਿੰਘ ਮਸ਼ਹੂਰ ਹੋ ਗਿਆ, ਮੁਕਤਸਰ ਮਹਾ ਸਿੰਘ ਮਸ਼ਹੂਰ ਹੋ ਗਿਆ, ਨਾਲ ਤਾਂ ਹੋਰ ਵੀ ਸਿੰਘ ਬਹੁਤ ਸੀਗੇ ਉਹਨਾਂ ਦੇ। ਤੋ ਜਥੇਦਾਰ ਜਿਹੜਾ ਹੁੰਦਾ, ਕਾਣਾ ਦਿਓ, ਇਹਨਾਂ ਦਾ ਜਥੇਦਾਰ ਹੋਣਾ ਸਾਰਿਆਂ ਦਾ। ਕਹੋ ਸਤਨਾਮ। ਪਾਤਸ਼ਾਹ ਕਹਿੰਦੇ ਹੁਣ ਟਾਈਮ ਨਾ ਲਾਓ, ਇੱਥੋਂ ਚਲੇ ਜਾਓ। ਤੇ ਦੱਸਦੇ ਆਪਾਂ ਹਿਰਦੇ ਤੋਂ ਹਿਰਦੇ ਨਾਲ ਇੱਕ ਦੂਜੇ ਤੋਂ ਸੁਣਦੇ ਆ ਕਿ ਇੱਥੋਂ ਫਿਰ ਜਾਂਦਿਆਂ ਹੋਇਆਂ ਨੇ ਇਹਨੇ ਛੀਟਾਂ ਵਾਲੀ ਰਾਤ ਕੱਟੀ ਆ, ਤੇ ਫਿਰ ਇਹ ਅੱਗੇ ਸਰਹੰਦ ਗਏ ਹਨ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਕਹਿੰਦੇ ਹੁਣ ਇਹ ਸਾਡਾ ਇਲਾਕਾ ਹੈ, ਤੁਸੀਂ ਇੱਥੋਂ ਚਲੇ ਜਾਓ। ਜੰਗਲ ਨਾਮ ਭਾਖਤੇ ਜੋਏ, ਆਨੰਦ ਕਨਉ ਮਾਲਵਾ ਹੋਏ। ਜਿਸ ਨੂੰ ਅੱਜ ਤੱਕ ਦੁਨੀਆ ਜੰਗਲ ਕਹਿੰਦੀ ਆ, ਪਰ ਅਸੀਂ ਇਹਨੂੰ ਮਾਲੋ ਮਾਲ ਕਰਨਾ। ਆਉਣ ਵਾਲੇ ਸਮੇਂ ਵਿੱਚ ਇਹ ਸਾਡਾ ਮਾਲਵਾ ਹੋਵੇਗਾ। ਕਹੋ ਸਤਨਾਮ। ਪਹਿਲੀ ਵਾਰ ਇਸ ਦਾ ਨਾਮ ਮਾਲਵਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ। ਗੁਰੂ ਪਿਆਰਿਓ, ਉਧਰ ਦੁਆਬਾ ਮਾਝਾ ਉਹ ਨਾਂ ਪਹਿਲਾਂ ਦੇ ਰੱਖੇ ਸੀਗੇ, ਪਰ ਇਹਦਾ ਨਾਮ ਜੰਗਲ ਦਾ ਇਲਾਕਾ ਵੱਜਦਾ ਸੀਗਾ। ਸਾਨੂੰ ਜੰਗਲੀ ਕਹਿੰਦੇ ਸੀ। ਕਹੋ ਸਤਨਾਮ। ਜੰਗਲਾਂ ਵਿੱਚ ਰਹਿਣ ਵਾਲੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਡਾ ਇਲਾਕਾ ਹੈ, ਜਿਸ ਨੂੰ ਦੁਨੀਆ ਜੰਗਲ ਕਰਕੇ ਯਾਦ ਕਰਦੀ ਹੈ, ਪਰ ਇਹ ਸਾਡਾ ਮਾਲਵਾ ਹੈ। ਹੁਣ ਅਸੀਂ ਇਹਨੂੰ ਮਾਲੋ ਮਾਲ ਕਰਾਂਗੇ। ਸੁਨ ਬੋਲਿਓ ਮੈਂ ਛੁਦਾ ਸਮੇਤ, ਪਹੁੰਚਿਓ ਜਾਏ ਨਹੀਂ ਇਸ ਹੇਤ। ਕਹਿੰਦਾ ਮੈਨੂੰ ਭੁੱਖ ਲੱਗੀ ਆ, ਮੈਂ ਤਾਂ ਭੁੱਖ ਹੀ ਪੂਰੀ ਨਹੀਂ ਹੁੰਦੀ, ਇਸੇ ਕਰਕੇ ਤਾਂ ਮੈਂ ਇੱਥੇ ਖਾਂਦਾ ਪੀਂਦਾ, ਫਸਲਾਂ ਵੀ ਉਜਾੜ ਦਿੰਦਾ, ਬੰਦੇ ਵੀ ਮਾਰ ਦਿੰਦਾ, ਪਸ਼ੂ ਵੀ ਮਾਰ ਦਿੰਦਾ ਖਾਣ ਪੀਣ ਵਾਸਤੇ। ਕਹਿੰਦਾ ਮੈਨੂੰ ਭੁੱਖ ਲੱਗੀ ਆ, ਮੈਂ ਕਿਵੇਂ ਜਾਵਾਂ। ਹੁਕਮ ਅਗਾਵਨ ਕੋ ਕਹਿ ਦੀਜੈ, ਪੁਨ ਮੋਹ ਕਹੁ ਇਤ ਤੇ ਨਿਕਸੀਜੈ। ਪਹਿਲਾਂ ਮੈਨੂੰ ਕੁਝ ਖਵਾ ਪਿਆ ਤਾਂ ਦਿਓ, ਰਜਾ ਦਿਓ, ਫਿਰ ਮੈਨੂੰ ਜਾਣ ਦਾ ਹੁਕਮ ਦਿਓ। ਸ਼੍ਰੀ ਮੁਖ ਤੇ ਕੋ ਸਾਤ ਬਖਾਨਾ, ਆਗੇ ਕਹਾਂ ਕਰਤ ਤੂੰ ਖਾਨਾ। ਬਾਦਸ਼ਾਹ ਕਹਿੰਦੇ ਪਹਿਲਾਂ ਤੂੰ ਕੀ ਖਾਣਾ ਹੈ। आज नहीं कैसे तुम बन्यो, सुन कै देव गुरु संग बन्यो। आज क्यों नहीं खादागा तू। महाराज फिर कै इस देश, विचरत जित कित खात विशेष। महाराज जंगल दे इलाके विच मैं घूमदा रहना, जिथे मैनू जो मिलदा है खा जाना। अन्न हजार मन को भोजन, देखत फिरूं असुच होए जो जन। और मैं हजारां मन भोजन खा जाना। फसलां इसे करके इस धरती नूं जाके बेनती करनी पई 10वें पातशाह जी नूं कि महाराज इत्थों कढो इस नूं, ना इत्थे फसलां होण दिंदा, ना बंदियां विच पशुआं विच वाधा होण दिंदा। कहण लगिया जिथे असुच, जिथे महाराज कोई मर्यादा नहीं है, मैं उत्थे जांदा हां, उन्हां लोकां नूं भी खा जांदा ते मेरी खुराक हजारां मन भोजन है। सतगुर अर हर नाम न कहे, तिन ते छीन खात हम रहे। जेड़े गुरु नूं याद नहीं करदे, मैं उन्हां तों खो के खा जांदा हां। आज प्रात ही मोहे निकारो, नह कित ते कर लीन आहारो। ते तुसी तां अज तड़के ही आके मैनूं हुक्म दिता, हजे तां मैं किधरे खाण पीण भी नहीं गया। कहो सतनाम श्री। कहना है तो मैं खादा खुदा भी कुछ नहीं, तड़के तुसी हुक्म करता जानदा। श्री मुख कहो अब तू जाहो, है मसूरपुर तुमरे राहो। तां गुरु प्यारो सतगुरां ने वो झोटा जिहड़ा कट्टिया सी, पातशाह कहंदे ओ खा लै, तेरे वास्ते पिया। ये भी इतिहास विच आउंदा है। उस तो बाद तू इत्थों चलिया जा मसूरपुर। कहां दुपहरा कर विश्रामो, संध्या करो सिरंद कर धामू। शींटा वाला भी कहंदे आ, उहनूं मसूरपुर भी कहंदे आ। गुरु प्यारिओ ते पातशाह कहंदे दुपहरा उत्थे कट लै ते शामां तक सरहंद पहुंच जा। सुनत हुक्म को कीन पयाना,
ਕਰ ਬੰਧਨ ਨਿਜ ਹਿਤ ਕੋ ਮਾਨਾ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਬਚਨ ਉਸਨੇ ਆਪਣੇ ਭਲੇ ਦੇ ਲਈ ਮੰਨਣਾ ਕੀਤਾ ਤੇ ਨਾਲ ਹੀ ਉਹਨੂੰ ਇਹ ਵੀ ਹੁਕਮ ਦਿੱਤਾ ਹੈ ਕਿ ਉੱਥੇ ਸਾਡਾ ਬੰਦਾ ਆਵੇਗਾ ਤੇ ਉਸ ਬੰਦੇ ਦੇ ਨਾਲ ਤੂੰ ਉਸਦੀ ਮਦਦ ਕਰਕੇ ਸਾਰੀ ਸਰਹੰਦ ਪੱਟ ਕੇ ਦਰਿਆ ਵਿੱਚ ਸਿੱਟਣੀ ਆ। ਕਹੋ ਸਤਨਾਮ ਸੀ। ਤੇ ਬੰਦਾ ਤਾਂ ਕੋਈ ਨਾ ਕੋਈ ਭੇਜਣਾ ਸੀਗਾ। ਪਹਿਲਾਂ ਪਾਤਸ਼ਾਹ ਦਾ ਖਿਆਲ ਭਾਈ ਡੱਲੇ ਤੇ ਸੀਗਾ ਵੀ ਇਹਨੂੰ ਭੇਜਾਂਗੇ। ਡੱਲਾ ਨਾ ਸਤਿਗੁਰਾਂ ਦੀ ਗੱਲ ਮੰਨਿਆ, ਸਤਿਗੁਰਾਂ ਨਾਲ ਤੁਰਤਾ ਪਿਆ ਨੰਦੇੜ ਸਾਹਿਬ ਦੇ ਵੱਲ। ਇੱਕ ਰਾਜ ਵਿੱਚ ਜਾ ਕੇ ਹਰਿਆਣੇ ਵਿੱਚ ਇੱਕ ਥਾਂ ਟਿਕਾਣਾ ਕੀਤਾ ਪਾਤਸ਼ਾਹ ਜੀ ਨੇ, ਇੱਕ ਫਕੀਰ ਦੇ ਡੇਰੇ ਕੋਲੇ, ਕੁਟੀਆ ਕੋਲੇ। ਤੇ ਅੱਧੀ ਕੁ ਰਾਤ ਨੂੰ ਡੱਲਾ ਉੱਥੋਂ ਮੁੜ ਆਇਆ ਤੇ ਪਾਤਸ਼ਾਹ ਨੇ ਆਵਾਜ਼ ਮਾਰੀ, ਉਹ ਕੀ ਹਾਲ ਆ ਭਾਈ ਡੱਲਿਆ, ਕਿੱਥੇ ਆ ਡੱਲਾ? ਉਹ ਸਾਧ ਕਹਿੰਦਾ, ਨਾ ਡੱਲਾ ਨਾ ਮੱਲਾ, ਗੁਰੂ ਕੱਲਾ ਹੀ ਕੱਲਾ। ਤੇ ਗੁਰੂ ਸਾਹਿਬ ਕਹਿੰਦੇ, ਉਹ ਸਾਧਾ ਨਾ ਡੱਲਾ ਨਾ ਮੱਲਾ ਨਾ ਗੁਰੂ ਕੱਲਾ, ਗੁਰੂ ਦੇ ਨਾਲ ਅੱਲਾ ਹੀ ਅੱਲਾ। ਕਹੋ ਸਤਨਾਮ ਸੀ। ਉਹ ਡੱਲਾ ਰਾਹ ਚੋਂ ਮੁੜਿਆ ਸੀਗਾ। ਇਹ ਰਾਮ ਸਿੰਘ, ਫਤਿਹ ਸਿੰਘ ਇਹਨਾਂ ਨੂੰ ਵੀ ਨਾਲ ਲੈ ਗਏ, ਸ਼ਾਇਦ ਇਹਨਾਂ ਨੂੰ ਵਡਿਆਈ ਮਿਲ ਜਾਂਦੀ। ਪਰ ਥੋੜ੍ਹੀ ਦੂਰੀ ਤੋਂ ਜਾ ਕੇ ਇਹ ਵੀ ਦੋਨੇ ਰਾਹ ਚੋਂ ਮੁੜਿਆਏ ਪਾਤਸ਼ਾਹ ਨੂੰ ਛੱਡ ਕੇ। ਫਿਰ ਅੱਗੇ ਜਾ ਕੇ ਇਹਨਾਂ ਨੂੰ ਬੰਦਾ ਸਿੰਘ ਬਹਾਦਰ ਮਿਲਿਆ। ਫਿਰ ਉਹਦੇ ਅੰਦਰ ਸਾਰੀਆਂ ਸ਼ਕਤੀਆਂ ਪਾਵਰਾਂ ਭਰੀਆਂ ਤੇ ਫਿਰ ਉਸ ਨੂੰ ਨੰਦੇੜ ਸਾਹਿਬ ਤੋਂ ਪੰਜਾਬ ਦੇ ਵੱਲ ਤੋਰਿਆ ਕਿ ਜਾਓ, ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜ਼ੁਲਮ ਕੀਤਾ ਉਹਨਾਂ ਸਾਰਿਆਂ ਦਾ ਖਾਤਮਾ ਕਰੋ ਜਾ ਕੇ। ਪਹਿਲਾਂ ਬਹਾਦਰ ਸ਼ਾਹ ਨੂੰ ਕਿਹਾ ਸੀਗਾ ਵੀ ਜਿਹੜੇ ਦੋਸ਼ੀ ਹੈ ਸਾਰੇ ਸਾਨੂੰ ਫੜਾ ਦੇ, ਅਸੀਂ ਇਹਨਾਂ ਨੂੰ ਸਜ਼ਾਵਾਂ ਦੇਣੀਆਂ। ਪਹਿਲਾਂ ਤਾਂ ਮੰਨ ਗਿਆ ਜੀ, ਤੁਸੀਂ ਮੈਨੂੰ ਰਾਜ ਦਿਵਾ ਦਿਓ, ਮੇਰੇ ਭਰਾ ਲੜਦੇ ਆ, ਤੁਸੀਂ ਮੈਨੂੰ ਜਿਤਾ ਦਿਓ, ਮੈਨੂੰ ਗੱਦੀ ਦਿਵਾ ਦਿਓ, ਆ ਜਿੰਨੇ ਤੁਹਾਡੇ ਦੋਸ਼ੀ ਹੈ ਵਜੀਦੇ ਵਰਗੇ ਮੈਂ ਸਾਰੇ ਫੜਾ ਦੂੰਗਾ। ਪਾਤਸ਼ਾਹ ਨੇ ਇਹਦੀ ਮਦਦ ਕੀਤੀ। ਇਹਦੇ ਦੋਨੇ ਭਰਾ ਮਾਰੇ ਗਏ, ਤਿੰਨੇ ਭਰਾ ਮਾਰੇ ਗਏ ਤੇ ਇਕੱਲਾ ਰਹਿ ਗਿਆ। ਇਹਨੂੰ ਪਾਤਸ਼ਾਹ ਨੇ ਤਿਲਕ ਦਵਾ ਦਿੱਤਾ ਗੱਦੀ ਦਾ। ਉਸ ਤੋਂ ਬਾਅਦ ਇਸ ਨੂੰ ਕਿਹਾ ਵੀ ਲੈ ਵੀ ਬਹਾਦਰ ਸ਼ਾਹ ਹੁਣ ਫੜਾ ਸਾਡੇ ਦੋਸ਼ੀ। ਕਹਿੰਦਾ ਜੀ ਮੈਂ ਹੁਣੇ ਫੜਾਉਣ ਲੱਗ ਪਿਆ ਤਾਂ ਮੇਰੇ ਤਾਂ ਰਾਜ ਵਿੱਚ ਜਿਹੜਾ ਹੈ ਤਸੱਲੀ ਮੱਚ ਜੂਗੀ। ਇਹ ਸਾਰੀ ਸੰਸਾਰ, ਸਾਰੀ ਜਨਤਾ, ਮੇਰੇ ਮੁਗਲ ਲੋਕ ਸਾਰੇ ਮੇਰੇ ਐਂਟੀ ਹੋ ਜਾਣਗੇ। ਪਾਤਸ਼ਾਹ ਕਹਿੰਦੇ ਦੇਖ ਲਾ, ਜੇ ਤੂੰ ਫੜਾ ਦੇਗਾ ਤੈਨੂੰ ਸ਼ਾਬਾਸ਼ੀ ਮਿਲ ਜੂ, ਤੇਰੇ ਪਿਓ ਦੇ ਜਿਹੜੇ ਪਾਪ ਹੈ ਧੋਤੇ ਜਾਣਗੇ। ਜੇ ਤੂੰ ਨਹੀਂ ਫੜਾਏਗਾ ਤੇ ਫੜ ਤਾਂ ਅਸੀਂ ਫੇਰ ਵੀ ਲੈਣੇ ਆ। ਕਹੋ ਸਤਨਾਮ। ਪਰ ਤੁਸੀਂ ਬਖਸ਼ੇ ਨਹੀਂ ਜਾਓਗੇ। ਤੇ ਬਹਾਦਰ ਸ਼ਾਹ ਨੇ ਆਪਦਾ ਰਾਜ ਚਲਾਉਣ ਵਾਸਤੇ ਵਜੀਦੇ ਵਰਗਿਆਂ ਨੂੰ ਪਾਤਸ਼ਾਹ ਦੇ ਹਵਾਲੇ ਨਾ ਕੀਤਾ। ਉਸ ਤੋਂ ਬਾਅਦ ਫਿਰ ਪਾਤਸ਼ਾਹ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਉਹਨੇ ਸਭ ਨੂੰ ਆ ਕੇ ਨੇਸ ਤੋਂ ਨਬੂਦ ਕੀਤਾ। ਔਰ ਜਿਹੜਾ ਆਹ ਕਿਸਾਨਾਂ ਦਾ ਰੌਲਾ ਪਿਆ, ਜਿਹਦੇ ਪਿੱਛੇ ਅੰਦੋਲਨ ਚੱਲਿਆ ਨਾ ਜ਼ਮੀਨਾਂ ਪਿੱਛੇ, ਜਿਹੜਾ ਅੱਜ ਦੁਬਾਰੇ ਫਿਰ ਉਹੀ ਕੰਮ ਕਰਨਾ ਚਾਹੁੰਦੇ ਸੀਗੇ, ਜਿਹੜਾ ਬੰਦਾ ਸਿੰਘ ਬਹਾਦਰ ਨੇ ਖ਼ਤਮ ਕੀਤਾ ਸੀਗਾ। ਇਹ ਜ਼ਮੀਨਾਂ ਸਾਰੀਆਂ ਵੱਡੇ ਅਮੀਰ ਲੋਕਾਂ ਕੋਲੇ, ਚੌਧਰੀਆਂ ਕੋਲੇ ਹੁੰਦੀਆਂ ਸੀ ਤੇ ਆਮ ਜਨਤਾ ਨੂੰ ਮੁਜਾਰੇ ਬਣਾ ਕੇ ਰੱਖਿਆ ਹੋਇਆ ਸੀ। ਕਹੋ ਸਤਨਾਮ। ਬਈ ਤੁਸੀਂ ਖੇਤੀਬਾੜੀ ਕਰੋ, ਤੁਹਾਨੂੰ ਖਾਣ ਜੋਗਾ ਅੰਨ ਪਾਣੀ ਦਿੱਤਾ ਜਾਵੇਗਾ। ਬਸ ਉਹਨਾਂ ਨੂੰ ਜ਼ਿੰਦਗੀ ਚਲਾਉਣ ਜੋਗਾ ਖਾਣ ਪੀਣ ਨੂੰ ਦੇ ਦਿੰਦੇ ਤੇ ਬਾਕੀ ਸਾਰੀ ਫਸਲ ਜਿਹੜੇ ਚੌਧਰੀ ਲੋਕ ਸੀ, ਵੱਡੇ ਲੋਕ ਸੀ, ਆਪ ਭੋਗਦੇ। ਤੇ ਜਦ ਬੰਦਾ ਸਿੰਘ ਬਹਾਦਰ ਆਇਆ ਤੇ ਉਸ ਨੇ ਫਿਰ ਜਿਹੜੇ ਜਿਹੜੇ ਜ਼ਮੀਨਾਂ ਨੂੰ ਵਾਹੁੰਦੇ ਸੀਗੇ ਉਹਨਾਂ ਨੂੰ ਕਹਿੰਦੇ ਤੁਸੀਂ ਮਾਲਕੋ, ਕੋਈ ਤੁਹਾਡੇ ਉੱਤੇ ਹੁਣ ਹਾਕਮ ਨਹੀਂ ਹੈਗਾ, ਕਿਸੇ ਦਾ ਹੁਕਮ ਨਹੀਂ ਚੱਲੂਗਾ, ਆਪਦੀਆਂ ਜ਼ਮੀਨਾਂ ਆਪਦੇ ਸੰਭਾਲੋ। ਪਹਿਲੀ ਵਾਰ ਬੰਦਾ ਸਿੰਘ ਬਹਾਦਰ ਨੇ ਕੰਮ ਕੀਤਾ ਸੀ। ਕਹੋ ਸਤਨਾਮ। ਉਹਨਾਂ ਕਿਸਾਨਾਂ ਨੂੰ, ਮੁਜਾਰਿਆਂ ਨੂੰ ਮਾਲਕ ਬਣਾਇਆ ਸੀ ਜ਼ਮੀਨਾਂ ਦਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਨੂੰ ਪਾਤਸ਼ਾਹ ਕਹਿੰਦੇ ਦੁਪਹਿਰਾ ਤੋਂ ਮਸੂਰਪੁਰ ਕੱਟ ਤੇ ਸ਼ਾਮਾਂ ਨੂੰ ਸਰਹੰਦ ਪਹੁੰਚ ਜਾ, ਉੱਥੇ ਸਾਡਾ ਬੰਦਾ ਆਵੇਗਾ, ਉਹਦੀ ਮਦਦ ਕਰਨੀ ਹੈ ਤੇ ਸਰਹੰਦ ਸਾਰੀ ਪੱਟ ਕੇ ਦਰਿਆ ਵਿੱਚ ਸਿੱਟਣੀ ਹੈ। ਬੰਦਾ ਸਿੰਘ ਬਹਾਦਰ ਨੇ ਸਰਹੰਦ ਵਿੱਚ ਸਾਰੀਆਂ ਹਵੇਲੀਆਂ, ਬਿਲਡਿੰਗਾਂ ਢਾਹ ਦਿੱਤੀਆਂ ਸਨ ਔਰ ਉਹਦੀਆਂ ਸਾਰੀਆਂ ਇੱਟਾਂ ਦਰਿਆ ਵਿੱਚ ਵਗਾ ਦਿੱਤੀਆਂ ਸਨ। ਗੁਰੂ ਪਿਆਰੋ, ਇੱਥੋਂ ਤੱਕ ਕਿ ਉਸ ਧਰਤੀ ਤੇ ਹਲ ਵੀ ਚਲਾਤਾ ਸੀ। ਕੇਵਲ ਤੇ ਕੇਵਲ ਸਾਹਿਬਜ਼ਾਦਿਆਂ ਵਾਲੀ ਉਹ ਕੰਧ ਰੱਖੀ ਸੀ ਨਿਸ਼ਾਨੀ ਵਾਸਤੇ ਵੀ ਸਰਹੰਦ ਕਿਉਂ ਜਾਰੀ ਗਈ ਹੈ। ਇਹ ਕੰਧ ਉਸ ਦਾ ਸਬੂਤ ਹੈ। ਕਹੋ ਸਤਨਾਮ। ਜਿਸ ਸਰਹੰਦ ਦੇ ਵਿੱਚ ਐਡਾ ਵੱਡਾ ਪਾਪ ਹੋਇਆ ਹੈ, ਬੱਚਿਆਂ ਨੂੰ, ਬੁੱਢਿਆਂ ਨੂੰ ਕਤਲ ਕੀਤਾ ਗਿਆ, ਮਾਰਿਆ ਗਿਆ, ਇਹ ਉਸ ਕਰਕੇ ਇਹ ਸਰਹੰਦ ਜੀ ਉਜਾੜਾ ਹੋਇਆ। ਇਹ ਪਾਪਣ ਹੈ ਇਹ ਸਰਹੰਦ ਤੇ ਸਰਹੰਦ ਦੇ ਲੋਕ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪ੍ਰੀਤਮ ਜੀ ਦਾ ਹੁਕਮ ਸੱਤ ਮੰਨ ਕੇ, ਆਪਣਾ ਭਲਾ ਜਾਣ ਕੇ ਇਹ ਜਿਹੜਾ ਦਿਓ ਸੀ ਕਾਣਾ ਇੱਥੋਂ ਚਲਿਆ ਗਿਆ ਹੈ ਜੀ। ਸੁਨਤ ਹੁਕਮ ਕੋ ਕੀਨ ਪਿਆਨਾ,
ਕਰ ਬੰਧਨ ਨਿਜ ਹਿਤ ਕੋ ਮਾਨਾ। ਇਉਂ ਸਤਿਗੁਰਾਂ ਦਾ ਹੁਕਮ ਮੰਨ ਕੇ ਆਪਣਾ ਭਲਾ ਜਾਣ ਕੇ ਚਲਿਆ ਗਿਆ। ਸ੍ਰੀ ਪ੍ਰਭ ਕੀਨ ਤਿਸੀ ਥਲ ਡੇਰਾ ਬਿਸਮਤ ਲੋਕ ਸੁਨਤ ਜਿਨ ਹੇਰਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇੱਥੇ ਹੀ ਡੇਰਾ ਕਰ ਲਿਆ, ਉਤਾਰਾ ਕਰ ਲਿਆ। ਉੱਪਰ ਵੀ ਰਹੇ ਹੋਣਗੇ ਕਾਫੀ ਸਮਾਂ, ਸਤਿਗੁਰਾਂ ਦੇ ਚਰਨ ਪਏ ਆ। ਦੇਖੋ ਕਿਤਨਾ ਭਜਨ ਬੰਦਗੀ ਚੱਲਦੀ ਹੈ, ਸਤਿਗੁਰਾਂ ਦਾ ਪ੍ਰਤਾਪ ਵੀ ਵਰਤ ਰਿਹਾ। ਮੈਂ ਤਾਂ ਕਿਸੇ ਤੋਂ ਇਹ ਵੀ ਸੁਣਿਆ ਵੀ ਜਿਹੜਾ ਧਾਰ ਸੀ ਝੋਟੇ ਦਾ ਉਹ ਥੱਲੇ ਸਿੱਟ ਦਿੱਤਾ, ਅਤੇ ਜਿਹੜਾ ਉਹਦਾ ਸਿਰ ਸੀਗਾ ਤੇ ਉਹ ਕਹਿੰਦੇ ਉੱਥੇ ਦੱਬ ਦਿੱਤਾ, ਨੱਪ ਦਿੱਤਾ। ਔਰ ਸਤਿਗੁਰਾਂ ਨੇ ਉਸ ਰੂਹ ਦੀ ਡਿਊਟੀ ਲਾ ਦਿੱਤੀ ਕਿ ਤੂੰ ਇੱਥੋਂ ਦਾ ਜਥੇਦਾਰ ਹੈ, ਕੋਈ ਆਫਤ ਨਹੀਂ ਬਠਿੰਡੇ 'ਤੇ ਆਉਣ ਦੇਣੀ, ਇਹ ਬਠਿੰਡਾ ਵੀ ਮੇਰਾ ਹੈ। ਕਹੋ ਸਤਿਨਾਮ। ਸਾਰਾ ਮਾਲਵਾ ਤਾਂ ਮੇਰਾ ਹੈ ਹੀ ਹੈ। ਅਤੇ ਉਹ ਰੂਹ ਜਿਹੜੀ ਉਹ ਝੋਟੇ 'ਚੋਂ ਕੱਢੀ ਹੈ, ਉਹਦਾ ਪਹਿਰਾ ਇੱਥੇ ਲਾ ਦਿੱਤਾ, ਜਿਵੇਂ ਹਰਮਿੰਦਰ ਸਿੰਘ ਬਾਬਾ ਦੀਪ ਸਿੰਘ ਜੀ ਹੋਰਾਂ ਦਾ ਪਹਿਰਾ ਹਜੇ ਤੱਕ। ਕਹੋ ਸਤਿਨਾਮ। ਆਪ ਜੀ ਨੇ ਦੇਖਿਆ 84 ਵੇਲੇ ਜਿਸ ਵੇਲੇ ਸਰਕਾਰ ਦੇ ਟੈਂਕ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਓਂ ਆਉਣ ਲੱਗੇ, ਅੰਦਰ ਵਾੜਨ ਲੱਗੇ, ਅਤੇ ਪਿੱਛੇ ਵੀ ਧਰਤੀ ਉਹੀ ਸੀ, ਅੱਗੇ ਵੀ ਉਹੀ ਸੀ। ਪਰ ਜਦੋਂ ਐਨ ਬਾਬਾ ਦੀਪ ਸਿੰਘ ਜੀ ਦੇ ਨੇੜੇ ਉਹਨਾਂ ਟੈਂਕ ਪਹੁੰਚਿਆ, ਉੱਥੇ ਧਰਤੀ ਵਿੱਚ ਦਬਣਾ ਸ਼ੁਰੂ ਹੋ ਗਿਆ। ਕਹੋ ਸਤਿਨਾਮ। ਉਹ ਰੂਹਾਂ ਅੱਜ ਵੀ ਆਪਣੀ ਕਾਰ ਸੇਵਾ ਕਰ ਰਹੀਆਂ, ਉਸੇ ਤਰ੍ਹਾਂ ਹੀ ਗੁਰੂ ਘਰਾਂ ਦੀ ਰਖਵਾਲੀ ਕਰ ਰਹੀਆਂ ਹਨ। ਜਿੱਥੇ ਤੁਸੀਂ ਆ ਬੈਠੇ ਹੋ ਨਾ, ਤੁਹਾਡੇ ਵਿਚਾਲੇ ਖਾਲੀ ਥਾਂ ਪਤਾ ਨਹੀਂ ਕਿੰਨੀਆਂ ਰੂਹਾਂ ਬੈਠ ਕੇ ਗੁਰੂ ਪਿਆਰੋ ਕਥਾ ਕੀਰਤਨ ਵਿਚਾਰਾਂ ਗੁਰੂ ਘਰਾਂ ਵਿੱਚ ਸੁਣਦੀਆਂ, ਸਾਰੇ ਥਾਵਾਂ 'ਤੇ ਜਿੱਥੇ ਵੀ ਚੱਲਦਾ ਹੈ। ਸੰਤ ਮਸਕੀਨ ਜੀ ਦੱਸਿਆ ਕਰਦੇ ਸਨ ਕਿ ਹਜ਼ੂਰ ਸਾਹਿਬ ਇੱਕ ਨਗਾਰਾ ਵਜਾਉਣ ਵਾਲਾ ਸੀਗਾ, ਔਰ ਨਗਾਰਾ ਵਜਾਉਣ ਵਾਲੇ ਦੀ ਭਾਵਨਾ ਸੀ ਕਿ ਮੈਂ ਲੰਮਾ ਸਮਾਂ ਸੇਵਾ ਕਰਦਾ ਰਹਾਂ। ਔਰ ਗੁਰੂ ਪਿਆਰੋ ਉਹਦਾ ਸਰੀਰ ਜਦੋਂ ਛੁੱਟ ਗਿਆ ਨਾ, ਉਸ ਤੋਂ ਬਾਅਦ ਵੀ ਟਾਈਮ ਦੇ ਨਾਲ ਉਹ ਨਗਾਰਾ ਆਪੇ ਵੱਜਦਾ ਰਿਹਾ। ਕਹੋ ਸਤਿਨਾਮ ਸ੍ਰੀ। ਔਰ ਬਾਬਾ ਮਸਕੀਨ ਜੀ ਇੱਕ ਦਿਨ ਉਸ ਸਮੇਂ ਦੇ ਨਾਲ ਕਹਿੰਦੇ, ਮੈਂ ਜਲਦੀ ਜਲਦੀ ਭੱਜ ਕੇ ਦਰਬਾਰ ਸਾਹਿਬ ਪਹੁੰਚਿਆ, ਮੈਂ ਆਪ ਨਗਾਰਾ ਵੱਜਦਾ ਸੁਣਿਆ, ਅਤੇ ਕੁਝ ਸਮੇਂ ਦੇ ਬਾਅਦ ਨਗਾਰਾ ਉਹ ਵੱਜਣਾ ਬੰਦ ਹੋ ਗਿਆ। ਫਿਰ ਪੁੱਛਿਆ ਗਿਆ ਵੀ ਇਹ ਕਿਉਂ ਬੰਦ ਹੋ ਗਿਆ? ਕਹਿੰਦੇ ਉਸ ਰੂਹ ਨੂੰ ਕਿਤੇ ਜਨਮ ਮਿਲ ਗਿਆ ਹੈ, ਇਸ ਕਰਕੇ ਉਹ ਨਗਾਰੇ ਦੀ ਸੇਵਾ ਉਹਦੀ ਬੰਦ ਹੋ ਗਈ। ਹੁਣ ਕਹੋ ਸਤਿਨਾਮ। ਜਿੰਨਾ ਚਿਰ, ਕਿਉਂਕਿ ਜਿਹੜੀਆਂ ਭਲੀਆਂ ਰੂਹਾਂ ਨਾ, ਉਹਨਾਂ ਨੂੰ ਜਲਦੀ ਜਲਦੀ ਚੰਗੇ ਮਾਂ ਪਿਓ ਨਹੀਂ ਮਿਲਦੇ। ਜਿਹੜੀਆਂ ਚੰਗੀਆਂ ਰੂਹਾਂ ਨਾ, ਉਹਨਾਂ ਨੂੰ ਚੰਗੇ ਮਾਂ ਪਿਓ ਜਿੰਨਾ ਚਿਰ ਮਿਲਦੇ ਨਹੀਂ, ਉਹਨਾਂ ਚਿਰ ਉਹਨਾਂ ਦੇ ਜਨਮ ਨਹੀਂ ਹੁੰਦੇ। ਗੁਰੂ ਪਿਆਰਿਓ, ਖੈਰ ਸਮਾਪਤੀ ਵੱਲ ਹੋਈਏ। ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਕਰਦਾ ਹੋਇਆ ਮਹਾਰਾਜ ਕੀ ਸਤੁਤੀ ਸੁਣਾਵੇ, ਇਨਕੇ ਕਾਜ ਇਨਹੁ ਬਨ ਆਵੇ। ਹੁਣ ਉਹ ਦਿਓ ਜਿਹੜਾ ਹੈ ਗੁਰੂ ਪਿਆਰਿਓ ਸਤਿਗੁਰਾਂ ਦੀਆਂ ਸਿਫਤਾਂ ਕਰਦਾ ਜਾ ਰਿਹਾ ਹੈ। ਤੇਰੀਆਂ ਤੂੰ ਜਾਣੇ, ਤੇਰੀ ਵਡਿਆਈ ਤੂੰ ਹੀ ਜਾਣੇ ਦੋਹਰਾ। ਖਾਨ ਪਾਨ ਕਰ ਰਾਤ ਕੋ ਥਿਰ ਪਰਅੰਕ ਪਰ ਸੋਏ, ਉਤਰੇ ਤਰ੍ਹਾਂ ਸੋ ਦੁਰਗ ਕੇ ਹੁਤੇ ਵਪਾਰੀ ਕੋਏ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਰਾਤ ਕੱਟੀ ਆ, ਸ਼ਾਮਾਂ ਪੈ ਗਈਆਂ, ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਸਭ ਨੇ ਛਕਿਆ ਛਕਾਇਆ। ਤਾਂ ਗੁਰੂ ਪਿਆਰਿਓ ਰਾਤ ਨੂੰ ਇਹ ਜਿਹੜਾ ਰਸਤਾ ਹੈ ਨਾ ਮੂਹਰ ਦੀ ਕਿਲੇ ਦੇ, ਇਹ ਕਹਿੰਦੇ ਦਿੱਲੀ ਤੇ ਲਾਹੌਰ ਦਾ ਰਸਤਾ ਸੀਗਾ। ਇੱਥੋਂ ਦੀ ਵਪਾਰੀ ਦਿੱਲੀੋਂ ਲਾਹੌਰ, ਲਾਹੌਰ ਤੋਂ ਦਿੱਲੀ ਜਾਇਆ ਕਰਦੇ ਸਨ ਸਮਾਨ ਲੈ ਕੇ। ਇੱਥੇ ਕਿਤੇ ਕਿਲੇ ਦੇ ਬਾਅਦ 'ਚ ਵਪਾਰੀ ਉਤਰੇ ਹੋਏ ਸੀਗੇ, ਕਿਉਂਕਿ ਇੱਥੋਂ ਦੀ ਦਰਿਆ ਵੀ ਵਗਦਾ ਸੀਗਾ ਪਾਣੀ ਦੇ ਕਿਨਾਰੇ ਦੇ ਉੱਤੇ, ਉਹ ਉਤਰੇ ਹੋਏ ਸੀ। ਤਿਨ ਸੱਸੀ ਪੁੰਨੂ ਕੋ ਗਾਇਓ, ਬਾਰ ਬਾਰ ਕਰ ਰਾਗ ਬਸਾਇਓ। ਔਰ ਇਹਨਾਂ ਨੇ ਵਪਾਰੀਆਂ ਨੇ ਮਨੋਰੰਜਨ, ਆਪ ਦਾ ਮਨੋਰੰਜਨ ਕਰਦਿਆਂ ਹੋਇਆਂ ਪੁਰਾਣੇ ਸਮਿਆਂ ਵਿੱਚ ਚਿੱਠੇ ਗਾਇਆ ਕਰਦੇ ਸਨ। ਇਹਨਾਂ ਪਵਿੱਤਰ ਆਸ਼ਕਾਂ ਦੇ ਸੱਸੀ ਪੁੰਨੂ ਅਤੇ ਹੋਰ ਹੀ ਰਾਂਝਾ ਆਦਿ ਇਹ ਜਿਹੜੇ ਹੋਏ, ਇਹਨਾਂ ਦੀਆਂ ਜਿਹੜੀਆਂ ਚਿੱਠੇ ਯਾਦ ਕਰਦੇ ਸਨ, ਇਹਨਾਂ ਦੀਆਂ ਕਹਾਣੀਆਂ ਯਾਦ ਕਰਦੇ, ਅਤੇ ਕੋਈ ਸੁਣਾਉਂਦਾ ਅਤੇ ਕੋਈ ਸੁਣਦਾ, ਕੰਨਾਂ 'ਤੇ ਹੱਥ ਰੱਖ ਕੇ ਕਲੀਆਂ ਗਾਉਂਦੇ ਆਦਿ ਆਦਿ। ਇਹ ਕਿਤੇ ਰਾਤ ਨੂੰ ਗਾਈਆਂ ਅਤੇ ਸਤਿਗੁਰ ਦੇ ਕੰਨ ਵਿੱਚ ਪੈ ਗਈਆਂ। ਰਾਤ ਵਿਖੇ ਰਸ ਕੋ ਬਹੁ ਕੀਨ, ਫਿਰ ਪਰਅੰਕ ਸੁਨ ਗੁਰੂ ਪ੍ਰਬੀਨ। ਔਰ ਸਤਿਗੁਰੂ ਪਾਤਸ਼ਾਹ ਜੀ ਇੱਥੇ ਆਰਾਮ ਕਰ ਰਹੇ ਸੀ, ਉਹਨਾਂ ਨੇ ਸੁਣਿਆ ਅਤੇ ਤੜਕੇ ਉਹਨਾਂ ਨੂੰ ਸੱਦ ਲਿਆ ਅਤੇ ਫਿਰ ਪੁੱਛਦੇ ਆ, ਕਹਿੰਦੇ ਰਾਤ ਕੀ ਗਾਉਂਦੇ ਸੀ ਸਾਨੂੰ ਸੁਣਾਓ। ਅਤੇ ਫਿਰ ਉਹਨਾਂ ਨਾਲ ਕੀ ਗੱਲਬਾਤ ਹੋਈ ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ 'ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ 'ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अग, हे पूरन हे सर्वमह,
दास हे संगी हे निरंकार हे निर्गुण सब टेक हे गोबिंद हे गुण निदान कै सदा विवेक हे अपरंपर हर हरे पियो बनहार हे संत कै सदा संग आधार हे ठाकुर हौं दासरो निर्गुण गुण नहीं कोई नानक दीजै नाम दान है परोय आए प्रभ शरणागति निध दयाल एक अखर हर मन बसत नानक होत निहार एक अंकारा सतगुरु हे प्रसाद सच हो वाहिगुरु जी की फतेह है विनाशन सो वाहिगुरु जी की फतेह है विनाशन सोए वाहिगुरु जी का खालसा वाहिगुरु जी की फतेह।